ਤੇ ਜੀ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਅੰਮ੍ਰਿਤਪਾਲ ਕੀਤਾ ਗਿਆ। ਜਿਸ ਤਰ੍ਹਾਂ ਦੀ ਹੁਣ ਪੋਲਿਟਿਕਸ ਚੇਂਜ ਹੋ ਰਹੀ ਹੈ, ਅਕਾਲੀ ਦਲ ਸਾਹਮਣੇ ਆ ਗਿਆ। ਉਹਨਾਂ ਨੇ ਕਿਹਾ ਵੀ ਜਿਹੜੇ ਨੌਜਵਾਨ ਮੁੰਡੇ ਆ ਨੂੰ ਫੜਿਆ ਜਾ ਰਿਹਾ ਪੁਲਿਸ ਵੱਲੋਂ, ਉਹਨਾਂ ਨੇ ਤਸ਼ੱਦਦ ਦਾ ਨਾਮ ਦਿੱਤਾ ਹੈ ਵੀ ਰੈਕਲੈਸਲੀ ਅਰੈਸਟ ਹੋ ਰਿਹਾ ਹੈ। ਹਰ ਇੱਕ ਨੌਜਵਾਨ ਮੁੰਡੇ ਨੂੰ ਫੜਿਆ ਜਾ ਰਿਹਾ ਤੇ SGPC ਵੀ ਮੂਰੇ ਆ ਗਿਆ। ਉਹਨਾਂ ਨੇ ਵੀ ਕਿਹਾ ਸੀ ਫ੍ਰੀ ਵਕੀਲ ਕਰਾਵਾਂਗੇ, ਲੀਗਲ ਏਡ ਦੇਵਾਂਗੇ। ਸਰਕਾਰ ਆਪਣੇ ਆਪ ਨੂੰ ਕਾਬਲ ਸ਼ਾਇਦ ਇਸ ਵਾਸਤੇ ਮੰਨਦੀ ਪਈ ਹੈ ਕਿ ਉਹਨਾਂ ਨੂੰ ਲੱਗਦਾ ਵੀ ਅੰਮ੍ਰਿਤਪਾਲ ਤੇ ਉਸ ਦੇ ਨਾਲ ਦੀ ਅਸੀਂ ਮੂਵਮੈਂਟ ਨੂੰ ਖਤਮ ਕਰਤਾ, ਜਦਕਿ ਅੰਮ੍ਰਿਤਪਾਲ ਦੇ ਨਾਲ ਕੋਈ ਅਜਿਹੀ ਮੂਵਮੈਂਟ ਖੜੀ ਹੋ ਹੀ ਨਹੀਂ ਰਹੀ ਸੀ। ਇੱਕ ਰੈਬਲ ਰਾਊਜ਼ਰ ਸੀ ਜੋ ਕਿ ਬਾਹਰੋਂ ਆਂਦਾ ਹੈ, ਤੁਸੀਂ ਉਸ ਨੂੰ ਹਵਾ ਦਿੰਦੇ ਹੋ, ਤੁਸੀਂ ਉਸ ਨੂੰ ਤੂਲ ਦਿੰਦੇ ਹੋ, ਤੁਸੀਂ ਉਸ ਨੂੰ ਚਨੇ ਦੇ ਝਾੜ ਤੇ ਮਤਲਬ ਚੜਾ ਕੇ ਬਿਠਾ ਦਿੰਦੇ ਹੋ ਤੇ ਉਸ ਤੋਂ ਬਾਅਦ ਸਟੇਟ ਹੀ ਉਸ ਨੂੰ ਥੱਲੇ ਗੇਰ ਦਿੰਦੀ ਹੈ। ਸੋ ਆਪਾਂ ਕੀਤਾ ਕਿ ਐਟ ਐਂਡ ਆਫ ਦਾ ਡੇ ਯੂ ਕਮ ਦਾ ਫੁੱਲ ਸਰਕਲ, ਵਾਪਸ ਉੱਥੇ ਦੇ ਉੱਥੇ ਆ ਕੇ ਖੜੇ ਹੋ ਗਏ ਹੋ। ਪੰਜਾਬ ਦੇ ਹਾਲਾਤ ਜਿਹੜੇ ਵਿਗੜ ਰਹੇ ਨੇ, ਖਰਾਬ ਹੋ ਰਹੇ ਨੇ, ਥਾਣਿਆਂ ਤੇ ਹਮਲੇ ਹੋ ਰਹੇ ਨੇ, ਜਾਂ ਜਿਸ ਤਰੀਕੇ ਦਾ ਇੱਕ ਅਰਾਜਕਤਾ ਦਾ ਮਾਹੌਲ ਕ੍ਰੀਏਟ ਕਰਨ ਦੀ, ਐਨਾਰਕੀ ਕ੍ਰੀਏਟ ਕਰਨ ਦੀ ਕੋਸ਼ਿਸ਼ ਅੰਮ੍ਰਿਤਪਾਲ ਕਰਦਾ ਪਿਆ ਸੀ, ਉਕਸਾ ਰਿਹਾ ਸੀਗਾ, ਰੈਬਲ ਰਾਊਜ਼ਿੰਗ ਜਿਸ ਨੂੰ ਕਹਿੰਦੇ ਆ ਉਹ ਕੀਤੀ ਜਾ ਰਹੀ ਸੀ। ਸੋ ਉਸ ਦੇ ਖਿਲਾਫ ਸਿਆਸੀ ਪਾਰਟੀਆਂ ਆਵਾਜ਼ ਚੁੱਕ ਰਹੀਆਂ ਸੀ। ਉਸ ਦਾ ਬੈਕ ਫੁੱਟ ਜਾਂ ਫਰੰਟ ਫੁੱਟ ਦਾ ਕੋਈ ਮਸਲਾ ਹੀ ਨਹੀਂ। ਪੰਜਾਬ ਦੇ ਹਾਲਾਤ ਇਸ ਤਰੀਕੇ ਦੇ ਨਾਲ ਹੋ ਗਏ ਨੇ। ਪੰਜਾਬ ਪੁਲਿਸ ਕੀ ਸਮਰੱਥ ਨਹੀਂ ਹੈ ਇਹਨਾਂ ਗੈਂਗਸਟਰਾਂ, ਇਹਨਾਂ ਕ੍ਰਿਮੀਨਲਸ ਨੂੰ ਹੈਂਡਲ ਕਰਨ ਲਈ। ਸੋ ਇਹ ਸਾਰੀ ਦੀ ਸਾਰੇ ਨੈਰੇਟਿਵ ਦੇ ਚੱਲਦੇ ਫਿਰ ਇੱਕ ਨਵਾਂ ਆਪਰੇਸ਼ਨ ਵਿੱਢਤਾ ਜਾਂਦਾ। ਉਹਦੇ ਅੱਗੇ ਪਿੱਛੇ ਕੀ ਹੋ ਰਿਹਾ ਆਪਾਂ ਨੂੰ ਨਜ਼ਰ ਆ ਰਿਹਾ ਹੈ। ਲਾਰੈਂਸ ਬਿਸ਼ਨੋਈ ਜੇਲ੍ਹਾਂ ਵਿੱਚ ਬੈਠ ਕੇ ਇੰਟਰਵਿਊ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਆਪਰੇਸ਼ਨ ਦੇ ਵਿੱਚ ਹੱਦ ਕੁਝ ਨਹੀਂ ਲੱਗਿਆ, ਲੇਕਿਨ ਖਾਮਖਾ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕਰਤਾ ਗਿਆ, ਸਿਰਜਤਾ ਗਿਆ, ਜਿਸ ਤੋਂ ਕਿ ਇੰਝ ਲੱਗ ਰਿਹਾ ਕਿ ਜੀ ਬਹੁਤ ਕੁਝ ਹੋ ਗਿਆ। ਆਪਰੇਸ਼ਨ ਅੰਮ੍ਰਿਤਪਾਲ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਅੰਦਰ ਕੀ ਚੇਂਜਸ ਆ ਰਹੀਆਂ ਨੇ, ਕਿਵੇਂ ਪੋਲੀਟੀਕਲ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ, ਕਿਹੜੀ ਪਾਰਟੀ ਇਸ ਚੋਂ ਗੇਨ ਕਰਦੀ ਨਜ਼ਰ ਆ ਰਹੀ ਹੈ ਤੇ ਕਿਹੜੀ ਪਾਰਟੀ ਨੂੰ ਵੱਡੀ ਢਾਹ ਲੱਗੀ ਹੈ, ਨੁਕਸਾਨ ਹੋਇਆ। ਅੱਜ ਦੇ ਇਸ ਸੈਗਮੈਂਟ ਦੇ ਅੰਦਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਤੇ ਜੀ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਅੰਮ੍ਰਿਤਪਾਲ ਕੀਤਾ ਗਿਆ। ਜਿਸ ਤਰ੍ਹਾਂ ਦੀ ਹੁਣ ਪੋਲਿਟਿਕਸ ਚੇਂਜ ਹੋ ਰਹੀ ਹੈ, ਅਕਾਲੀ ਦਲ ਸਾਹਮਣੇ ਆ ਗਿਆ। ਉਹਨਾਂ ਨੇ ਕਿਹਾ ਵੀ ਜਿਹੜੇ ਨੌਜਵਾਨ ਮੁੰਡੇ ਆ ਨੂੰ ਫੜਿਆ ਜਾ ਰਿਹਾ ਪੁਲਿਸ ਵੱਲੋਂ, ਉਹਨਾਂ ਨੇ ਤਸ਼ੱਦਦ ਦਾ ਨਾਮ ਦਿੱਤਾ ਹੈ ਵੀ ਰੈਕਲੈਸਲੀ ਅਰੈਸਟ ਹੋ ਰਿਹਾ ਹੈ। ਹਰ ਇੱਕ ਨੌਜਵਾਨ ਮੁੰਡੇ ਨੂੰ ਫੜਿਆ ਜਾ ਰਿਹਾ ਤੇ SGPC ਵੀ ਮੂਰੇ ਆ ਗਿਆ। ਉਹਨਾਂ ਨੇ ਵੀ ਕਿਹਾ ਸੀ ਫ੍ਰੀ ਵਕੀਲ ਕਰਾਵਾਂਗੇ, ਲੀਗਲ ਏਡ ਦੇਵਾਂਗੇ। ਤੇ ਇਹ ਸਾਰੀ ਜਿਹੜੀ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ? ਕਿ ਅਕਾਲੀ ਦਲ ਇਸ ਚੀਜ਼ ਨੂੰ ਐਡਵਾਂਟੇਜ ਤੇ ਹੈ ਜਿਸ ਤਰ੍ਹਾਂ ਉਹਨਾਂ ਨੇ ਮੁੰਡਿਆਂ ਦਾ ਸਮਰਥਨ ਕੀਤਾ? ਦੇਖੋ ਸ਼ੁਭਕਰਮਨ, ਇੱਥੇ ਕਿਸੇ ਪੋਲੀਟੀਕਲ ਪਾਰਟੀ ਦੇ ਐਡਵਾਂਟੇਜ ਜਾਂ ਡਿਸਐਡਵਾਂਟੇਜ ਤੇ ਹੋਣ ਦਾ ਵਿਸ਼ਾ ਸ਼ਾਇਦ ਉਹਦਾ ਨਹੀਂ ਹੈ। ਮੁੱਦਾ ਇਹ ਹੈ ਕਿ ਵਿਰੋਧੀ ਧਿਰਾਂ ਸੋਚ ਰਹੀਆਂ ਨੇ ਕਿ ਸਰਕਾਰ ਨੂੰ ਕਿਵੇਂ ਘੇਰਿਆ ਜਾਏ। ਤੁਸੀਂ ਇਹ ਦੇਖੋ ਵੀ ਇਹ ਆਪਰੇਸ਼ਨ, ਜਿਹਨੂੰ ਕਿ ਨਾਂ ਤਾਂ ਦਿਆ ਗਿਆ ਕਿ ਆਪਰੇਸ਼ਨ ਅੰਮ੍ਰਿਤਪਾਲ, ਲੇਕਿਨ ਸਰਕਾਰ ਦੇ ਆਪਣੇ ਦਿੱਤੇ ਹੋਏ ਬਿਆਨਾਂ ਦੇ ਮੁਤਾਬਕ ਹੀ ਅੰਮ੍ਰਿਤਪਾਲ ਇਸ ਆਪਰੇਸ਼ਨ ਦੇ ਵਿੱਚੋਂ ਗਾਇਬ ਹੈ। ਸੋ ਮਾਈਨਸ ਅੰਮ੍ਰਿਤਪਾਲ, ਜਿਹੜਾ ਇਹ ਆਪਰੇਸ਼ਨ ਅੰਮ੍ਰਿਤਪਾਲ ਹੈ, ਉਸ ਚੀਜ਼ ਨੂੰ ਆਪਣੀ ਪ੍ਰਾਪਤੀ ਤੇ ਆਪਣਾ ਇੱਕ ਬਹੁਤ ਵੱਡਾ ਉਪਲਬਧੀ ਦਿਖਾ ਕੇ ਵਾਹ ਬਟੋਰਨ ਦੀ ਕੋਸ਼ਿਸ਼ ਸਰਕਾਰ ਨੇ ਕੀਤੀ। ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਨੇ ਜਿਹੜੇ ਆਪਣੇ ਸੁਨੇਹੇ ਦਿੱਤੇ ਨੇ ਹਿੰਦੀ ਭਾਸ਼ਾ ਦੇ ਵਿੱਚ, ਜਿਹਨੂੰ ਲੈ ਕੇ ਵਿਵਾਦ ਵੀ ਚੱਲਦਾ ਹੈ, ਉਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਪ੍ਰਾਪਤੀ ਦੇ ਰੂਪ ਵਿੱਚ ਦਰਸਾਇਆ ਜਾ ਰਿਹਾ ਹੈ। ਜਦੋਂ ਕਿ ਇੰਨੇ ਕੰਸਿਸਟੈਂਟ ਫੇਲੀਅਰਸ ਪਿਛਲੇ 1 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਏ ਨੇ ਲਾਅ ਐਂਡ ਆਰਡਰ ਦੇ ਫਰੰਟ ਉੱਤੇ। ਅਰਵਿੰਦ ਕੇਜਰੀਵਾਲ ਦੇ ਜੇ ਮੈਂ ਭਾਸ਼ਣ ਨੂੰ ਧਿਆਨ ਨਾਲ ਐਨਾਲਾਈਜ਼ ਕਰਾਂ, ਉਹਨਾਂ ਨੇ ਕ੍ਰਿਮੀਨਲਸ, ਗੈਂਗਸਟਰਸ ਨੂੰ ਪੁਸ਼ਤ ਪਨਾਹੀ ਦੇਣ ਦਾ ਵਿਸ਼ਾ ਜੋ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਉਭਾਰਿਆ, ਤੇ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ, ਅਕਾਲੀ ਦਲ ਦਾ ਇੱਕ ਬਹੁਤ ਲੰਮਾ ਸਮਾਂ 10 ਸਾਲ ਦਾ ਕੰਟੀਨਿਊਸ ਕਾਰਜਕਾਲ 7 ਤੋਂ 17 ਤੱਕ ਦਾ, ਤੇ ਕਾਂਗਰਸ ਦਾ, ਇਹ ਉਹ ਸਰਕਾਰਾਂ ਨੇ ਜਿਨ੍ਹਾਂ ਦੌਰਾਨ ਗੈਂਗਸਟਰਾਂ ਦੇ ਉੱਤੇ, ਕ੍ਰਿਮੀਨਲਸ ਦੇ ਉੱਤੇ ਨੱਥ ਨਹੀਂ ਪਾਈ ਜਾ ਸਕੀ। ਤੇ ਇਸ ਚੀਜ਼ ਨੂੰ ਆਮ ਆਦਮੀ ਪਾਰਟੀ ਨੇ ਵਿਸ਼ਾ ਵੀ ਬਣਾਇਆ। ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਇੰਟਰਵਿਊ ਦੇ ਰਹੇ ਨੇ ਬੈਠ ਕੇ, ਉਸ ਵਿਸ਼ੇ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਾਈਡਲਾਈਨ ਕਰਕੇ, ਅੱਖੋਂ ਪਰੋਖੇ ਕਰਕੇ ਸਰਕਾਰ ਨੇ ਆਪਣੀ ਪ੍ਰਾਪਤੀ ਇੱਕ ਅਜਿਹੇ ਆਪਰੇਸ਼ਨ ਦੇ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਮੁੱਖ ਕਿਰਦਾਰ ਜਾਂ ਮੇਨ ਸੈਂਟਰਲ ਜਿਹੜਾ ਬਿੰਦੂ ਹੈ ਅੰਮ੍ਰਿਤਪਾਲ ਸਿੰਘ ਇਸ ਪੂਰੇ ਦੇ ਪੂਰੇ ਸੀਨ 'ਚੋਂ ਗਾਇਬ ਹੈ। ਅਦਾਲਤ ਦੇ ਵਿੱਚ ਤੁਹਾਡੀ ਸਰਕਾਰ, ਤੁਹਾਡੀ ਪੁਲਿਸ, ਤੁਹਾਡੇ ਐਕਸ਼ਨ ਦੇ ਉੱਤੇ ਸਵਾਲ ਉੱਠਦੇ ਪਏ ਨੇ। ਹਾਈ ਕੋਰਟ ਤੁਹਾਨੂੰ ਪੁੱਛਦਾ ਪਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ 80-80 ਹਜ਼ਾਰ ਪੁਲਿਸ ਵਾਲੇ ਇੱਕ ਅੰਮ੍ਰਿਤਪਾਲ ਨੂੰ ਨਹੀਂ ਫੜ ਪਾਉਂਦੇ, ਉਹਦੇ ਸਾਰੇ ਅੱਗੇ ਪਿੱਛੇ ਲੋਕ ਫੜ ਲਏ ਜਾਂਦੇ ਨੇ। ਵਿਰੋਧੀ ਪਾਰਟੀਆਂ, ਅਕਾਲੀ ਦਲ ਅੱਜ ਇਹ ਕਹਿ ਰਿਹਾ ਕਿ ਤੁਸੀਂ NSA ਵਰਗੇ ਸਟ੍ਰਿੰਜੈਂਟ ਧਾਰਾਵਾਂ ਲਾਈਆਂ ਨੇ, ਜਦੋਂ ਕਿ ਅਜਨਾਲਾ ਘਟਨਾ ਦੌਰਾਨ ਤੁਹਾਡੀ ਪੁਲਿਸ ਤੇ ਤੁਹਾਡਾ ਸਿਸਟਮ ਜਿਹੜਾ ਹੈ ਉਹ ਨਤਮਸਤਕ ਨਜ਼ਰ ਆਇਆ ਸੀ, ਉਹਦੇ ਗੋਡੇ ਟੇਕ ਤੇ ਗਏ ਸੀ। ਖੁਦ DGP ਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਸੋ ਤੁਸੀਂ ਇੱਕ ਕਮਜ਼ੋਰ ਸਟੇਟ ਦੇ ਰੂਪ ਵਿੱਚ ਅੱਜ ਤੱਕ ਵਿਚਰਦੇ ਆਏ ਹੋ, ਤੇ ਇਸ ਆਪਰੇਸ਼ਨ ਦੇ ਵਿੱਚ ਤੁਸੀਂ ਇੱਕ ਅਜਿਹਾ ਸੀਨ ਕ੍ਰੀਏਟ ਕਰ ਲਿਆ ਜਿਸ ਤੋਂ ਬਾਅਦ ਕਿ ਕਾਮਯਾਬੀ ਬੇਸ਼ੱਕ ਤੁਹਾਨੂੰ ਨਾ ਮਿਲੀ ਹੋਵੇ, ਲੇਕਿਨ ਪ੍ਰੋਜੈਕਸ਼ਨ ਅਜੇ ਵੀ ਇੰਝ ਕੀਤੀ ਜਾ ਰਹੀ ਹੈ ਕਿ ਬਹੁਤ ਕੁਝ ਪ੍ਰਾਪਤ ਕਰ ਲਿਆ ਗਿਆ। ਤੇ ਉਸ ਦੇ ਨਾਂ ਉੱਤੇ ਪੰਜਾਬ ਦੇ ਵਿੱਚ ਹੋ ਕੀ ਰਿਹਾ, ਗਰਾਊਂਡ ਦੇ ਉੱਤੇ ਲੋਕਾਂ ਦੇ ਖਿਲਾਫ ਕੇਸ ਦਰਜ ਹੋ ਰਹੇ ਨੇ, ਪੱਤਰਕਾਰਾਂ ਤੋਂ ਇੰਟੈਰੋਗੇਸ਼ਨ ਹੋ ਰਹੀ ਹੈ,
ਪੁੱਛਗਿੱਛ ਲਈ ਬੁਲਾਇਆ ਜਾਂਦਾ ਹੈ, ਟਵਿੱਟਰ ਹੈਂਡਲ ਬਲੌਕ ਕੀਤੇ ਜਾ ਰਹੇ ਨੇ, ਨੌਜਵਾਨਾਂ ਦੇ ਉੱਤੇ ਜਿਹੜੇ ਕੇਸਿਸ ਦਰਜ ਕੀਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਘੱਟੋ ਘੱਟ ਡਰਾ ਜ਼ਰੂਰ ਦਿੱਤਾ ਜਾ ਰਿਹਾ ਹੈ। ਅੰਮ੍ਰਿਤਪਾਲ ਤਾਂ ਨਹੀਂ ਲੱਭਿਆ ਤੁਹਾਨੂੰ, ਜਾਂ ਜੇ ਤੁਹਾਡੇ ਕੋਲ ਹੈ ਕਿਸੇ ਤਰੀਕੇ ਦੇ ਨਾਲ ਅੱਜ ਪੋਸੀਬਲ ਹੈ ਕਿ ਤੁਸੀਂ ਕੁਝ ਦਿਨਾਂ ਬਾਅਦ ਇਹ ਖੁਲਾਸਾ ਕਰ ਦਿਓ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅੱਜ ਕਹਿ ਰਹੇ ਨੇ ਨਾ ਸਰਕਾਰ, ਨਹੀਂ ਤਾਂ ਇੰਨੇ ਕੌਨਫੀਡੈਂਟਲੀ ਸਰਕਾਰ ਕਿਵੇਂ ਕਹਿ ਸਕਦੀ ਹੈ ਕਿ ਅੰਮ੍ਰਿਤਪਾਲ, ਪੁਲਿਸ ਕਿਵੇਂ ਕਹਿ ਸਕਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਏਗਾ। ਸੋ ਜੇ ਇੰਨਾ ਕੌਨਫੀਡੈਂਸ ਹੈ ਉਹਦਾ ਕੋਈ ਆਧਾਰ ਹੋਏਗਾ, ਲੇਕਿਨ ਉਸ ਪੂਰੀ ਦੀ ਪੂਰੀ ਕਾਰਵਾਈ ਦੀ ਆੜ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ, ਕੀ ਉਹ ਜਸਟੀਫਾਈਡ ਹੈ? ਕੀ ਉਸ ਦੀ ਕੋਈ ਲੌਜੀਕਲ ਐਕਸਪਲੇਨੇਸ਼ਨ ਹੈ? ਤੁਸੀਂ ਲਾਅ ਐਂਡ ਆਰਡਰ ਤੇ ਗੈਂਗਸਟਰਾਂ ਦੀ ਗੱਲ ਕੀਤੀ ਅਰਵਿੰਦ ਕੇਜਰੀਵਾਲ ਨੇ, ਉਹ ਇਹ ਜਵਾਬ ਨਹੀਂ ਦੇ ਪਾਏ ਕਿ ਦੇਸ਼ ਦੀ ਵਾਹਦ ਪੰਜਾਬ ਅਜਿਹਾ ਸੂਬਾ ਹੈ ਜਿਸ ਦੀ ਜੇਲ੍ਹ ਦੇ ਵਿੱਚੋਂ ਤੇ ਉਸ ਦੀ ਪੁਲਿਸ ਦੀ ਕਸਟਡੀ ਦੇ ਵਿੱਚ ਇੱਕ ਐਡੇ ਵੱਡੇ ਗੈਂਗਸਟਰ ਨੇ ਜੇਲ੍ਹ ਦੇ ਵਿੱਚੋਂ, ਦੇਸ਼ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਕਿ ਇੰਟਰਵਿਊ ਦਿੱਤੀ ਤੇ ਉਸ ਵਿੱਚ ਉਸਨੇ ਕਿਸ ਤਰੀਕੇ ਦਾ ਮਾਹੌਲ ਉਡਾਇਆ, ਖਿੱਲੀ ਸਰਕਾਰਾਂ ਦੀ ਵੀ ਉਡਾਤੀ ਤੇ ਤੰਤਰ ਦੀ, ਸਿਸਟਮ ਦੀ ਉਡਾਤੀ। ਉਸ ਤੋਂ ਬਾਅਦ ਤੁਸੀਂ ਆਪਣੀ ਪਿੱਠ ਤਪਤਪਾਓ ਤੇ ਕਹੋ ਜੀ ਕਿ ਅਸੀਂ ਗੈਂਗਸਟਰਾਂ ਦੇ ਉੱਤੇ, ਕ੍ਰਿਮੀਨਲਸ ਦੀ ਐਕਟੀਵਿਟੀ ਦੇ ਉੱਤੇ ਨੱਥ ਪਾ ਲਈ। ਆਪਣੇ ਆਪ ਦੇ ਵਿੱਚ ਇਸ ਤੋਂ ਵੱਡੀ ਤਾਂ ਦੁਵਿਧਾ ਹੋ ਹੀ ਨਹੀਂ ਸਕਦੀ ਹੈ, ਇਸ ਤੋਂ ਵੱਡਾ ਮੈਨੂੰ ਲੱਗਦਾ ਵੀ ਮਾਹੌਲ ਨਹੀਂ ਉਡਾਇਆ ਜਾ ਸਕਦਾ, ਇਸ ਸਿਸਟਮ ਦਾ ਉੱਡਣਾ ਨਹੀਂ ਚਾਹੀਦਾ। ਲੇਕਿਨ ਸਟਿਲ ਜਿਸ ਤਰੀਕੇ ਦਾ ਇੱਕ ਨੈਰੇਟਿਵ ਮੀਡੀਆ ਦੇ ਵਿੱਚ ਜਾਂ ਪਬਲਿਕਲੀ ਸਰਕਾਰ ਮੁੱਖ ਮੰਤਰੀ ਦੀ ਪੋਸਚਰਿੰਗ ਦੇ ਜ਼ਰੀਏ ਇਸ ਜੇ ਅੰਮ੍ਰਿਤਪਾਲ ਸਿੰਘ ਫੜਿਆ ਨਹੀਂ ਗਿਆ ਅੱਜ ਤੱਕ, ਜੋ ਕਿ ਉਹ ਨਹੀਂ ਗਿਆ ਅਦਾਲਤ ਵਿੱਚ, ਤੁਸੀਂ ਤੁਹਾਡੀ ਸਰਕਾਰ ਕਹਿ ਰਹੀ ਹੈ, ਤਾਂ ਫਿਰ ਤਾਂ ਇਹ ਬਹੁਤ ਵੱਡੀ ਨਾਕਾਮਯਾਬੀ ਤੇ ਨਾਲਾਇਕੀ ਹੈ। ਲੇਕਿਨ ਉਸ ਨੂੰ ਤੁਸੀਂ ਪ੍ਰਾਪਤੀ ਬਣਾ ਕੇ ਦੱਸ ਰਹੇ ਹੋ। ਅਪੋਜੀਸ਼ਨ ਪਾਰਟੀਆਂ ਦਾ ਇਤਰਾਜ਼ ਇਸੇ ਵਾਸਤੇ ਹੈ ਕਿਉਂਕਿ ਅਪੋਜੀਸ਼ਨ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਇਤਰਾਜ਼ ਇਸ ਗੱਲ ਨੂੰ ਲੈ ਕੇ ਕਰਦੀਆਂ ਪਈਆਂ ਨੇ ਕਿ ਤੁਸੀਂ ਆਪਣੀ ਉਪਲਬਧੀ ਜਿਸ ਚੀਜ਼ ਨੂੰ ਦੱਸ ਰਹੇ ਹੋ ਉਹ ਤੁਹਾਡਾ ਸਭ ਤੋਂ ਵੱਡਾ ਫੇਲਿਅਰ ਹੈ। ਤੇ ਅੱਜ ਹਰ ਫਰੰਟ ਦੇ ਉੱਤੇ ਤੁਸੀਂ ਜਵਾਬਦੇਹੀ ਹੋ ਲੋਕਾਂ ਨੂੰ। ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੀ ਬਹਿਸ ਕਰਾਣੀ ਸੀ, ਇਸ ਦੀ ਮੰਗ ਕੀਤੀ ਸੀ, ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਨੇ ਇਸ ਚੀਜ਼ ਦੀ ਮੰਗ ਕੀਤੀ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਇਸ ਮੁੱਦੇ ਨੂੰ ਰੱਖਿਆ ਜਾਵੇ। ਇੱਕ ਡਿਬੇਟ ਹੋਣੀ ਚਾਹੀਦੀ ਹੈ ਪੰਜਾਬ ਦੇ ਲਾਅ ਐਂਡ ਆਰਡਰ 'ਤੇ। ਬਹੁਤ ਘਟਨਾਵਾਂ ਬੈਕ ਟੂ ਬੈਕ ਹੋਈਆਂ ਨੇ, ਖਾਸ ਕਰਕੇ ਇਸ ਆਪਰੇਸ਼ਨ ਦੀ ਰੌਸ਼ਨੀ ਵਿੱਚ, ਲੇਕਿਨ ਉਹ ਡਿਬੇਟ ਦੀ ਇਜਾਜ਼ਤ ਵੀ ਜਿਹੜੀ ਵਿਧਾਨ ਸਭਾ ਵਿੱਚ ਨਹੀਂ ਦਿੱਤੀ ਗਈ। ਤਾਂ ਸਾਫ਼ ਤੌਰ 'ਤੇ ਬਹੁਤ ਸੇ ਅਜਿਹੇ ਸਵਾਲ ਨੇ ਜੋ ਕਿ ਨਾ ਸਿਰਫ ਆਪੋਜੀਸ਼ਨ ਪਾਰਟੀ, ਦੇਖੋ ਆਪੋਜੀਸ਼ਨ ਪਾਰਟੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ, ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਨੇ, ਤੁਸੀਂ ਉਹ ਸਵਾਲਾਂ ਨੂੰ ਐਡਰੈਸ ਕਰ ਨਹੀਂ ਪਾ ਰਹੇ ਹੋ। ਹਾਈ ਕੋਰਟ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਹੈ, ਕਾਂਗਰਸ ਤੁਹਾਡੇ ਤੋਂ ਸਵਾਲ ਪੁੱਛ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਤੁਹਾਡੇ ਤੋਂ ਸਵਾਲ ਪੁੱਛ ਰਹੀ ਹੈ, ਪੰਜਾਬ ਦੀ ਜਨਤਾ ਤੁਹਾਡੇ ਤੋਂ ਸਵਾਲ ਪੁੱਛ ਰਹੀ ਹੈ, ਸਿਵਲ ਲਿਬਰਟੀਜ਼ ਵਾਲੇ ਜਿਹੜੇ ਲੋਕ ਸਵਾਲ ਪੁੱਛ ਰਹੇ ਨੇ, ਅੰਮ੍ਰਿਤਪਾਲ ਦੇ ਸਮਰਥਕ ਤੁਹਾਡੇ ਤੋਂ ਸਵਾਲ ਪੁੱਛ ਰਹੇ ਨੇ। ਸਵਾਲ ਅੱਜ ਤੁਹਾਡੇ ਤੋਂ ਕੌਣ ਨਹੀਂ ਪੁੱਛ ਰਿਹਾ? ਕੇਂਦਰ ਸਰਕਾਰ ਨਹੀਂ ਪੁੱਛ ਰਹੀ, ਸ਼ਾਇਦ ਪੁੱਛਣਾ ਨਹੀਂ ਚਾਹੁੰਦੀ। ਤਾਂ ਅੱਜ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਤੋਂ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ। ਸੋ ਲੋਕ ਸਮਝਣਾ ਨਹੀਂ ਚਾਹੁੰਦੇ ਕਿ ਉਹ ਕਿਹੜਾ ਪੈਕਟ ਹੈ ਆਪਸ ਦੇ ਵਿੱਚ, ਕੇਂਦਰ ਸਰਕਾਰ ਜਾਂ ਤੁਹਾਡੀ ਸਰਕਾਰ ਦੇ ਵਿੱਚ। ਚੰਗੀ ਗੱਲ ਹੈ, ਸਮਨਵਯ, ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ, ਲੇਕਿਨ ਲੋਕਾਂ ਨੂੰ ਵੀ ਤਾਂ ਸਮਝਾਓ ਕਿ ਉਹ ਕੀ ਅੰਡਰਸਟੈਂਡਿੰਗ ਹੈ। ਜੀ ਰਿਤੇਸ਼ ਜੀ, ਜਿਵੇਂ ਤੁਸੀਂ ਕਿਹਾ ਵੀ ਸਰਕਾਰ ਇਸ ਚੀਜ਼ ਨੂੰ ਐਡਰੈਸ ਨਹੀਂ ਕਰ ਰਹੀ, ਜਦੋਂ ਆਮ ਤੌਰ ਤੇ ਲੋਕਾਂ ਨੂੰ ਸ਼ਾਇਦ ਅੰਮ੍ਰਿਤਪਾਲ ਨਾਲ ਇੰਨਾ ਲੈਣਾ ਦੇਣਾ ਨਾ ਹੋਵੇ, ਹਰੇਕ ਬੰਦੇ ਨੂੰ ਨਾ ਹੋਵੇ, ਪਰ ਜਦੋਂ ਗਰਾਊਂਡ ਤੇ ਜਿਸ ਤਰ੍ਹਾਂ ਇਹ ਆਪਰੇਸ਼ਨ ਨੂੰ ਐਗਜ਼ੀਕਿਊਟ ਕੀਤਾ ਗਿਆ ਉਸ ਤੋਂ ਲੋਕ ਕਾਫੀ ਨਾਮੋਸ਼ ਨੇ। ਗੱਲਾਂ ਜਦੋਂ ਪੰਜਾਬ 'ਚ ਬਹਿ ਕੇ ਗੱਲਬਾਤ ਹੁੰਦੀ ਹੈ, ਸਾਰਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਪੂਰਾ ਇਹ ਆਪਰੇਸ਼ਨ ਨੂੰ ਐਗਜ਼ੀਕਿਊਟ ਕੀਤਾ ਗਿਆ, ਵਰਤਾਰਾ ਕੀਤਾ ਗਿਆ, ਉਸ ਤੋਂ ਲੋਕ ਕਾਫੀ ਨਾਖੁਸ਼ ਨੇ। ਦੇਖੋ ਪਤਾ ਨਹੀਂ ਲੋਕ ਨਾਖੁਸ਼ ਨਹੀਂ, ਲੋਕ ਖੁਸ਼ ਵੀ ਹੋਣਗੇ। ਦੇਖੋ ਐਸਾ ਨਹੀਂ ਹੈ, ਮੈਂ ਮੰਨਦਾ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਸਾਈਜ਼ੇਬਲ ਮੈਜੋਰਿਟੀ ਹੈ ਜੋ ਕਿ ਇੱਕ ਸਾਇਲੈਂਟ ਮੈਜੋਰਿਟੀ ਹੈ ਤੇ ਦੂਸਰੇ ਪਾਸੇ ਇੱਕ ਵੋਕਲ ਮੈਜੋਰਿਟੀ ਹੈ। ਦੋ ਅਲੱਗ-ਅਲੱਗ ਕੈਟੇਗਰੀਜ਼ ਨੇ। ਸੋ ਸਾਇਲੈਂਟ ਮੈਜੋਰਿਟੀ, ਇਹੀ ਕਾਰਨ ਹੈ ਕਿ ਇਸ ਤਰੀਕੇ ਦੇ ਜਿਹੜੇ ਵੱਖਵਾਦੀ ਅੰਸਰ ਨੇ ਜੋ ਕਿ ਅਲਗਾਵਵਾਦ ਨੂੰ ਕਹਿ ਲਈਏ, ਐਕਸਟ੍ਰੀਮਿਜ਼ਮ ਨੂੰ ਹਵਾ ਦਿੰਦੇ ਨੇ, ਇਨਕਲੂਡਿੰਗ ਅੰਮ੍ਰਿਤਪਾਲ, ਇਸ ਤੋਂ ਪਹਿਲਾਂ ਵੀ ਬਹੁਤ ਲੀਡਰ ਹੋਏ ਨੇ, ਉਹ ਪੰਜਾਬ ਦੀ ਸਿਆਸਤ ਦੇ ਹਾਸ਼ੀਏ ਤੇ ਸਿਮਟ ਕੇ ਰਹਿ ਗਏ ਨੇ। ਚਾਹੇ ਉਹ ਸਿਮਰਨਜੀਤ ਸਿੰਘ ਮਾਨ ਰਹੇ ਹੋਣ ਜਾਂ ਫਿਰ ਬਹੁਤ ਅਜਿਹੀਆਂ ਸਪਲਿੰਟਰ ਅਕਾਲੀ ਫੈਕਸ਼ਨਸ ਵੀ ਬਲਦੀਆਂ ਰਹੀਆਂ, ਬਹੁਤ ਹੋਰ ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਕਿ ਇਸ ਏਜੰਡੇ ਨੂੰ ਜੇ ਕਦੇ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਆਪਣਾ ਏਜੰਡਾ ਜਾਂ ਮੈਨੀਫੈਸਟੋ ਦੇ ਵਿੱਚ ਕਦੇ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਉਸ ਨੂੰ ਰਿਜੈਕਟ ਕਰਤਾ। 3.25 ਕਰੋੜ ਜਿਹੜਾ ਪੰਜਾਬੀ ਹੈ ਉਹ ਨਹੀਂ ਚਾਹੁੰਦਾ ਕਿ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੁਬਾਰਾ ਉਭਰਨ। ਲੇਕਿਨ ਇੱਕ ਵੋਕਲ ਮਾਈਨੋਰਿਟੀ ਹੈ ਜੋ ਕਿ ਅੰਮ੍ਰਿਤਪਾਲ ਵਰਗਿਆਂ ਦੇ ਨਾਲ ਲੱਗਦੀ ਹੈ, ਵਿਦੇਸ਼ਾਂ ਦੇ ਵਿੱਚ ਬੈਠੀ ਇੱਕ ਬਹੁਤ ਵੱਡੀ ਵਸੋਂ ਹੈ। ਲੋਕ ਗਰਾਊਂਡ ਰਿਐਲਿਟੀ ਨੂੰ ਘੱਟ ਸਮਝਦੇ ਨੇ, ਪੰਜਾਬ ਦੀਆਂ ਜ਼ਮੀਨੀ ਜਿਹੜੀਆਂ ਹਕੀਕਤਾਂ ਨੇ, ਉੱਥੋਂ ਦੀਆਂ ਜਿਹੜੀਆਂ ਚੁਣੌਤੀਆਂ, ਉੱਥੋਂ ਦੇ ਜਿਹੜੇ ਚੈਲੰਜਸ ਨੇ, ਉਹਨਾਂ ਨੂੰ ਉਹਨਾਂ ਨਹੀਂ ਸਮਝਦੇ। ਲੇਕਿਨ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਇੱਕ ਖਾਲਿਸਤਾਨ ਇੱਕ ਤਰੀਕਾ ਹੋ ਸਕਦਾ ਹੈ, ਖੁਦ ਮੁਖਤਿਆਰੀ ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਲੋਕ, ਮੈਂ ਨਹੀਂ ਮੰਨਦਾ ਕਿ ਲੋਕ ਇਸ ਚੀਜ਼ ਤੋਂ ਨਮੋਸ਼ ਹੋਣਗੇ। ਲੋਕਾਂ ਨੂੰ ਹਾਂ ਇਸ ਚੀਜ਼ ਦਾ ਗੁੱਸਾ ਜ਼ਰੂਰ ਹੋਏਗਾ ਕਿ ਸਰਕਾਰ ਇਸ ਐਕਸ਼ਨ ਦੀ ਆੜ ਦੇ ਵਿੱਚ 3-3 ਦਿਨ ਇੰਟਰਨੈਟ ਬੰਦ ਕਰ ਦਿੰਦੀ ਹੈ, ਲੋਕਾਂ ਦੇ ਕੰਮਕਾਜ ਰੁਕ ਜਾਂਦੇ ਨੇ। ਇਹ ਜਿਹੜੀ ਅਜਨਾਲੇ ਦੇ ਵਿੱਚ ਜੋ ਕੁਝ ਹੋਇਆ, ਜਿਹੜੀਆਂ ਤਸਵੀਰਾਂ ਅਜਨਾਲੇ ਦੇ ਵਿੱਚ ਅੱਜ ਤੋਂ 1 ਮਹੀਨਾ ਪਹਿਲਾਂ ਆਪਾਂ ਵੇਖੀਆਂ, ਉਸ ਵਕਤ ਜਿਹੜੀ ਗੁੰਡਾਗਰਦੀ ਹੋਈ ਉਸ ਦੇ ਉੱਤੇ ਤੁਸੀਂ ਕਾਬੂ ਪਾ ਨਹੀਂ ਸਕਦੇ ਹੋ। ਜਦੋਂ ਅੰਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਪੁਲਿਸ ਥਾਣੇ ਉੱਤੇ ਕਬਜ਼ਾ ਕਰਨ ਲਈ ਆਉਂਦਾ ਹੈ, ਕਈ ਹਫ਼ਤੇ ਤੁਹਾਡੇ ਮੂੰਹ 'ਚੋਂ
ਜ਼ੁਬਾਨ ਨਹੀਂ ਨਿਕਲਦੀ, ਇਨਕਲੂਡਿੰਗ ਮੈਂ ਪੰਜਾਬ ਦੇ ਸੀਨੀਅਰ ਮੋਸਟ ਫੰਕਸ਼ਨਰੀਜ਼ ਦੀ, ਮੰਤਰੀਆਂ, ਮੁੱਖ ਮੰਤਰੀਆਂ ਦੀ ਤੇ ਪੰਜਾਬ ਦੇ ਡੀਜੀਪੀ ਦੀ ਗੱਲ ਕਰ ਰਹੇ ਹਾਂ। ਉਸ ਵਕਤ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਯਾਨੀ ਕਿ ਜਦੋਂ ਕੋਈ ਸ਼ਖਸ ਤੁਹਾਡੇ ਘਰ ਵਿੱਚ ਆ ਕੇ, ਤੁਹਾਡੇ ਥਾਣੇ ਦੇ ਵਿੱਚ ਆ ਕੇ ਤੁਹਾਡੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦਾ ਪਿਆ, ਉਸ ਵਕਤ ਤੁਸੀਂ ਉਹਨੂੰ ਰਿਟੈਲੀਏਟ ਨਹੀਂ ਕਰਦੇ ਹੋ, ਜਾਂ ਉਸ ਵਕਤ ਇਹ ਨਹੀਂ ਕਹਿੰਦੇ ਕਿ ਤੂੰ ਗਲਤ ਹੈ। ਉਸ ਵਕਤ ਕਹਿਣਾ ਬਣਦਾ ਸੀ ਕਿ ਤੁਸੀਂ ਗਲਤ ਹੋ, ਤੁਸੀਂ ਆਹ ਗਲਤ ਕੀਤਾ ਹੈ। ਲੇਕਿਨ ਉਸ ਵਕਤ ਪੰਜਾਬ ਪੁਲਿਸ ਦੇ ਅਫਸਰਾਂ ਦੀ ਕੀ ਭਾਸ਼ਾ ਸੀ? ਉਹ ਕਹਿ ਰਹੇ ਸੀ ਨਹੀਂ ਜੀ ਇਹਨਾਂ ਦੇ ਖਿਲਾਫ ਅਸੀਂ ਕੇਸ ਰਜਿਸਟਰ ਕਰਾਂਗੇ। ਅੱਜ ਤੁਸੀਂ ਜਦੋਂ ਬਾਅਦ ਦੇ ਵਿੱਚ ਆਪਣੀ ਪੂਰੀ ਦੀ ਪੂਰੀ ਲਾਮਬੰਦੀ ਕਰ ਲਈ ਹੈ, ਮੋਬਿਲਾਈਜੇਸ਼ਨ ਹੋ ਗਈ, ਹੁਣ ਗੱਲਾਂ ਬਾਤਾਂ ਆ ਰਹੀਆਂ ਨੇ ਵੀ ਕੇਂਦਰ ਦੇ ਵਿੱਚ ਜਾ ਕੇ ਅਮਿਤ ਸ਼ਾਹ ਨੂੰ ਮੁੱਖ ਮੰਤਰੀ ਮਿਲਦੇ ਨੇ, ਉੱਥੇ ਸੈਂਟਰਲ ਫੋਰਸਿਸ ਦੀ ਮੰਗ ਕਰਿਆ। ਪਹਿਲਾਂ ਤਾਂ ਗੱਲਾਂ ਹੁੰਦੀਆਂ ਸੀ ਵੀ ਜੀ ਸੈਂਟਰਲ ਫੋਰਸਿਸ ਦਾ ਦਾਇਰਾ, BSF ਦਾ ਦਾਇਰਾ ਪੰਜਾਬ ਦੇ ਵਿੱਚ ਕਿਉਂ ਵਧਾਇਆ ਜਾ ਰਿਹਾ ਹੈ? ਪੰਜਾਬ ਦੀ ਕਦੇ ਜੇਲ੍ਹਾਂ ਦੇ ਵਿੱਚ, ਪੰਜਾਬ ਦੇ ਡੈਮਸ ਦੇ ਉੱਤੇ ਜੇ ਕੇਂਦਰੀ ਸੁਰੱਖਿਆ ਏਜੰਸੀਆਂ ਜਾਂ ਬਲ ਜਿਹੜੇ ਤੈਨਾਤ ਕੀਤੇ ਜਾਣ ਦੀ ਗੱਲ, ਭਾਵੇਂ ਉਹ ਵੈਲਿਡ ਹੀ ਸੀ, ਲੌਜੀਕਲ ਵੀ ਗੱਲਬਾਤ ਹੋ ਸਕਦੀ ਸੀ, ਲੇਕਿਨ ਇਤਰਾਜ਼ ਰਹਿੰਦਾ ਸੀ ਕਿ ਇਹ ਪੰਜਾਬ ਦੀ ਖੁਦਮੁਖਤਿਆਰੀ ਦੇ ਉੱਤੇ ਸਵਾਲ ਹੈ, ਪੰਜਾਬ ਦੀਆਂ ਸੰਘੀ ਕਦਰਾਂ ਕੀਮਤਾਂ ਦੇ ਉੱਤੇ ਇੱਕ ਡਾਕਾ। ਇਸ ਨੂੰ ਇਸ ਤਰੀਕੇ ਨਾਲ ਤੁਲਨਾ ਸਿਆਸੀ ਪਾਰਟੀਆਂ ਨੇ ਕੀਤੀ ਹੈ। ਲੇਕਿਨ ਹੁਣ ਮੁੱਖ ਮੰਤਰੀ ਜਾ ਕੇ ਖੁਦ ਉੱਥੇ ਸੈਂਟਰਲ ਫੋਰਸਿਸ ਦੀ ਗੱਲ ਕਰਦੇ ਨੇ, ਮੰਨਦੇ ਨੇ ਕਿ ਪੰਜਾਬ ਦੇ ਹਾਲਾਤ ਇਸ ਤਰੀਕੇ ਦੇ ਨਾਲ ਹੋ ਸਕਦੇ ਨੇ, ਹੋ ਗਏ ਨੇ। ਪੰਜਾਬ ਪੁਲਿਸ ਕੀ ਸਮਰੱਥ ਨਹੀਂ ਹੈ ਇਹਨਾਂ ਗੈਂਗਸਟਰਾਂ, ਇਹਨਾਂ ਕ੍ਰਿਮੀਨਲਸ ਨੂੰ ਹੈਂਡਲ ਕਰਨ ਲਈ। ਸੋ ਇਹ ਸਾਰੀ ਦੀ ਸਾਰੇ ਨੈਰੇਟਿਵ ਦੇ ਚੱਲਦੇ ਫਿਰ ਇੱਕ ਨਵਾਂ ਆਪਰੇਸ਼ਨ ਵਿੱਢਤਾ ਜਾਂਦਾ। ਉਹਦੇ ਅੱਗੇ ਪਿੱਛੇ ਕੀ ਹੋ ਰਿਹਾ ਆਪਾਂ ਨੂੰ ਨਜ਼ਰ ਆ ਰਿਹਾ ਹੈ। ਲਾਰੈਂਸ ਬਿਸ਼ਨੋਈ ਜੇਲ੍ਹਾਂ ਵਿੱਚ ਬੈਠ ਕੇ ਇੰਟਰਵਿਊ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਆਪਰੇਸ਼ਨ ਦੇ ਵਿੱਚ ਹੱਥ ਕੁਝ ਨਹੀਂ ਲੱਗਿਆ, ਲੇਕਿਨ ਖਾਮਖਾ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕਰਤਾ ਗਿਆ, ਸਿਰਜਤਾ ਗਿਆ, ਜਿਸ ਤੋਂ ਕਿ ਇੰਝ ਲੱਗ ਰਿਹਾ ਕਿ ਜੀ ਬਹੁਤ ਕੁਝ ਹੋ ਗਿਆ। ਤੇ ਸਰਕਾਰ ਆਪਣੇ ਆਪ ਨੂੰ ਕਾਬਲ ਸ਼ਾਇਦ ਇਸ ਵਾਸਤੇ ਮੰਨਦੀ ਪਈ ਹੈ ਕਿ ਉਹਨਾਂ ਨੂੰ ਲੱਗਦਾ ਵੀ ਅੰਮ੍ਰਿਤਪਾਲ ਤੇ ਉਸ ਦੇ ਨਾਲ ਦੀ ਅਸੀਂ ਮੂਵਮੈਂਟ ਨੂੰ ਖਤਮ ਕਰਤਾ, ਜਦਕਿ ਅੰਮ੍ਰਿਤਪਾਲ ਦੇ ਨਾਲ ਕੋਈ ਅਜਿਹੀ ਮੂਵਮੈਂਟ ਖੜੀ ਹੋ ਹੀ ਨਹੀਂ ਰਹੀ ਸੀ। ਇੱਕ ਰੈਬਲ ਰਾਊਜ਼ਰ ਸੀ ਜੋ ਕਿ ਬਾਹਰੋਂ ਆਂਦਾ ਹੈ, ਤੁਸੀਂ ਉਸ ਨੂੰ ਹਵਾ ਦਿੰਦੇ ਹੋ, ਤੁਸੀਂ ਉਸ ਨੂੰ ਤੂਲ ਦਿੰਦੇ ਹੋ, ਤੁਸੀਂ ਉਸ ਨੂੰ ਚਨੇ ਦੇ ਝਾੜ ਤੇ ਮਤਲਬ ਚੜਾ ਕੇ ਬਿਠਾ ਦਿੰਦੇ ਹੋ, ਤੇ ਉਸ ਤੋਂ ਬਾਅਦ ਸਟੇਟ ਹੀ ਉਸ ਨੂੰ ਥੱਲੇ ਗੇਰ ਦਿੰਦੀ ਹੈ। ਸੋ ਆਪਾਂ ਕੀਤਾ ਕਿ ਐਟ ਐਂਡ ਆਫ ਦਾ ਡੇ ਯੂ ਕਮ ਦਾ ਫੁੱਲ ਸਰਕਲ, ਵਾਪਸ ਉੱਥੇ ਦੇ ਉੱਥੇ ਆ ਕੇ ਖੜੇ ਹੋ ਗਏ ਹੋ। ਇਸ ਪ੍ਰੋਸੈਸ ਦੇ ਵਿੱਚ ਹੋਇਆ ਕੀ ਹੈ? ਤੁਹਾਡਾ ਕੀਮਤੀ ਸਮਾਂ ਲੋਕਾਂ ਦਾ ਬੀਤਿਆ ਹੈ, ਲੋਕਾਂ ਦੇ ਅਜਿਹਾ ਸਮਾਂ ਜਦੋਂ ਕਿ ਪੰਜਾਬੀਆਂ ਨੇ ਟੈਨਸ਼ਨ ਵਿੱਚ ਬਤੀਤ ਕੀਤੇ ਨੇ, ਉਹ ਸਮਾਂ ਜਦੋਂ ਕਿ ਕਨਸੈਂਟ੍ਰੇਟੀ ਦਾ ਮਾਹੌਲ ਰਿਹਾ ਹੈ। ਥਾਣਿਆਂ ਦੇ ਉੱਤੇ ਅਸੀਂ ਹਮਲੇ ਹੁੰਦੇ ਵੇਖੇ ਨੇ, ਗੈਂਗਸਟਰਾਂ ਦੀ ਗੁੰਡਾਗਰਦੀ ਅਸੀਂ ਜੇਲ੍ਹਾਂ ਦੇ ਬਾਹਰੋਂ ਤੇ ਜੇਲ੍ਹਾਂ ਦੇ ਅੰਦਰੋਂ ਵੇਖਦੇ ਪਏ ਹਾਂ, ਤੇ ਸਰਕਾਰ ਫੇਰ ਵੀ ਕਹਿੰਦੀ ਪਈ ਹੈ ਕਿ ਅਸੀਂ ਬਹੁਤ ਕੁਝ ਕਰਤਾ ਕ੍ਰਿਮੀਨਲਸ ਤੇ ਅਪਰਾਧੀਆਂ ਦੇ ਖਿਲਾਫ। ਇਸ ਐਕਸ਼ਨ ਜਿਸ ਵਿੱਚ ਕਿ ਅੰਮ੍ਰਿਤਪਾਲ ਤੁਹਾਡੇ ਹੱਥ ਵਿੱਚ ਨਹੀਂ ਅੱਜ। ਜੀ ਜੀ, ਤੇ ਰਿਤੇਸ਼ ਜੀ, ਪੋਲੀਟੀਕਲ ਪਾਰਟੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਕਾਂਗਰਸ ਹੈ, ਕਾਂਗਰਸ ਦੇ ਲੀਡਰ ਬਹੁਤ ਜ਼ਿਆਦਾ ਵੋਕਲ ਸੀਗੇ। ਉਹਨਾਂ ਨੇ ਕਿਹਾ ਸੀ ਅੰਮ੍ਰਿਤਪਾਲ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ, ਠੋਸ ਕਦਮ ਲਿਆ ਜਾਣਾ ਚਾਹੀਦਾ। ਦੂਜੇ ਪਾਸੇ ਅਕਾਲੀ ਦਲ ਨੇ ਅਜਨਾਲਾ ਇੰਸੀਡੈਂਟ ਨੂੰ ਤਾਂ ਉਹਨਾਂ ਨੇ ਕੰਡੈਮ ਕੀਤਾ ਸੀ, ਨਿੰਦਿਆ ਸੀ, ਪਰ ਜੋ ਹੁਣ ਜਿਸ ਤਰ੍ਹਾਂ ਅਰੈਸਟ ਪੈ ਰਹੀ ਹੈ ਨੌਜਵਾਨਾਂ ਦੀ, ਉਹਨਾਂ ਦੇ ਨਾਲ ਆ ਕੇ ਉਹ ਖੜ ਗਏ। ਉਹ ਕਹਿ ਰਿਹਾ ਸੀ ਫ੍ਰੀ 'ਚ ਹੈਲਪ ਕਰਾਂਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਵੀ ਬਿਆਨ ਆਉਂਦਾ ਹੈਗਾ। ਇਹ ਸਾਰੇ ਉਹਦੇ ਆਪਰੇਸ਼ਨ ਦੇ ਉੱਤੇ SGPC ਦੇ ਵੀ ਪ੍ਰਧਾਨ ਜਿਹੜੇ ਹੈਗੇ ਆ, ਉਹ ਵੀ ਅਰਜਿੰਦਰ ਸਿੰਘ ਧਾਮੀ, ਉਹ ਵੀ ਆਪਣਾ ਬਿਆਨ ਦਿੰਦੇ ਨੇ। ਉਹ ਵੀ ਕਹਿੰਦੇ ਆ ਵੀ ਸਰਕਾਰ ਇਹ ਜਿਹਾ ਸਮਾਂ ਨਾ ਲਿਆਵੇ ਕਿ ਫਿਰ ਤੋਂ ਦੂਰੀਆਂ ਪੈਦਾ ਹੋ ਜਾਣ। ਉਹਨਾਂ ਦੀ ਇਹ ਸਟੇਟਮੈਂਟ ਆਈ ਹੈਗੀ ਹੈ। ਤਾਂ ਇਸ ਤੋਂ ਕੀ ਦੇਖਦੇ ਹੋ ਤੁਸੀਂ? ਪੰਥਕ ਪੋਲਿਟਿਕਸ ਵੀ ਉੱਭਰ ਪਾਊਗੀ ਇਸ ਨਾਲ, ਜਾਂ ਅਕਾਲੀ ਦਲ ਜੋ ਇੱਕ ਬੈਕ ਫੁੱਟਿੰਗ ਤੇ ਹੈ, ਕਿ ਉਹਨੂੰ ਇੱਕ ਮੌਕਾ ਮਿਲਿਆ ਵੀ ਉਹ ਫਿਰ ਤੋਂ ਆਪਣਾ ਆਧਾਰ ਕਾਇਮ ਕਰ ਸਕੇ ਲੋਕਾਂ 'ਚ? ਦੇਖੋ, ਆਧਾਰ ਤਾਂ ਸਾਰੀ ਹੀ ਪਾਰਟੀਆਂ ਕਾਇਮ ਕਰਨ ਦੀ ਕੋਸ਼ਿਸ਼ ਕਰਦੀਆਂ ਪਈਆਂ ਨੇ, ਕਿਉਂਕਿ ਸਭ ਦਾ ਆਧਾਰ ਖੁੱਸਿਆ ਹੋਇਆ ਹੈ। ਕਾਂਗਰਸ ਨੂੰ ਛੱਡ ਕੇ ਕਾਂਗਰਸ ਦੀ ਵੀ ਦੇਖੋ ਸ਼ਿਕਸਤ ਤਾਂ ਬਹੁਤ ਬੁਰੇ ਤਰੀਕੇ ਨਾਲ ਹੋਈ। ਅਕਾਲੀ ਦਲ ਦਾ ਤਾਂ ਪੂਰਾ ਦਾ ਪੂਰਾ ਬੇੜਾ ਮਤਲਬ ਬੈਠ ਹੀ ਚੁੱਕਾ ਹੈ। ਕਾਂਗਰਸ ਦਾ ਅੰਮ੍ਰਿਤਪਾਲ ਨੂੰ ਲੈ ਕੇ ਸਟੈਂਡ ਸੀ, ਹੁਣ ਸਟੇਟ ਨੇ ਕਾਰਵਾਈ ਕਰ ਦਿੱਤੀ ਹੈ, ਤਾਂ ਕਿਤੇ ਨਾ ਕਿਤੇ ਬਲੇਮ ਕਾਂਗਰਸ ਤੇ ਵੀ ਜਾਊਗਾ ਵੀ ਤੁਸੀਂ ਜ਼ਿਆਦਾ ਜ਼ੋਰ ਪਾਇਆ, ਪ੍ਰੈਸ਼ਰ ਪਾਇਆ। ਅੰਮ੍ਰਿਤਪਾਲ ਤਾਂ ਫੜਿਆ ਨਹੀਂ ਗਿਆ, ਪਰ ਕਈ ਇਨੋਸੈਂਟ ਜਾਂ ਕਹਿ ਲਓ ਵੀ ਹੋਰ ਜਿਹੜੇ ਨੌਜਵਾਨ ਉਹ ਇਸ ਆਪਰੇਸ਼ਨ 'ਚ ਰਗੜੇ ਗਏ। ਦੇਖੋ, ਨਹੀਂ, ਮੁੱਦਾ ਕੀ ਸੀਗਾ? ਮੁੱਦਾ ਆਪਾਂ ਗੱਲ ਸਮਝੀ ਵੀ ਡਿਮਾਂਡ ਕੀ ਹੋ ਰਹੀ ਸੀ? ਪੰਜਾਬ ਦੇ ਹਾਲਾਤ ਜਿਹੜੇ ਵਿਗੜ ਰਹੇ ਨੇ, ਖਰਾਬ ਹੋ ਰਹੇ ਨੇ, ਥਾਣਿਆਂ 'ਤੇ ਹਮਲੇ ਹੋ ਰਹੇ ਨੇ, ਜਾਂ ਜਿਸ ਤਰੀਕੇ ਦਾ ਇੱਕ ਅਰਾਜਕਤਾ ਦਾ ਮਾਹੌਲ ਕ੍ਰੀਏਟ ਕਰਨ ਦੀ, ਐਨਾਰਕੀ ਕ੍ਰੀਏਟ ਕਰਨ ਦੀ ਕੋਸ਼ਿਸ਼ ਅੰਮ੍ਰਿਤਪਾਲ ਕਰਦਾ ਪਿਆ ਸੀ, ਉਕਸਾ ਰਿਹਾ ਸੀਗਾ, ਰੈਬਲ ਰਾਊਜ਼ਿੰਗ ਜਿਸ ਨੂੰ ਕਹਿੰਦੇ ਆ, ਉਹ ਕੀਤੀ ਜਾ ਰਹੀ ਸੀ। ਸੋ ਉਸ ਦੇ ਖਿਲਾਫ ਸਿਆਸੀ ਪਾਰਟੀਆਂ ਆਵਾਜ਼ ਚੁੱਕ ਰਹੀਆਂ ਸੀ। ਉਸ ਦਾ ਬੈਕ ਫੁੱਟ ਜਾਂ ਫਰੰਟ ਫੁੱਟ ਦਾ ਕੋਈ ਮਸਲਾ ਹੀ ਨਹੀਂ ਹੈ। ਕਾਂਗਰਸ ਅੱਜ ਵੀ ਜੇ ਕਹਿ ਰਹੀ ਹੈ, ਉਹ ਇਹ ਥੋੜ੍ਹਾ ਨਾ ਕਹਿ ਰਹੇ ਕਿ ਤੁਸੀਂ ਅੰਮ੍ਰਿਤਪਾਲ ਨੂੰ ਜੇ ਫੜਨ ਲਈ ਕੋਈ ਮੁਹਿੰਮ ਵਿੱਢੀ ਤਾਂ ਗਲਤ ਕੀਤਾ, ਅੰਮ੍ਰਿਤਪਾਲ ਨੂੰ ਤੁਸੀਂ ਕਿਉਂ ਫੜਿਆ, ਜਾਂ ਕਿਉਂ ਤੁਸੀਂ, ਉਹ ਤਾਂ ਇਹ ਪੁੱਛ ਰਹੇ ਨੇ ਤੁਸੀਂ ਕਿਉਂ ਫੜ ਨਹੀਂ ਪਾਏ। ਸੋ ਅੰਮ੍ਰਿਤਪਾਲ ਲਈ ਕਿਸੇ ਪਾਰਟੀ ਦੇ ਮਨ ਦੇ ਵਿੱਚ ਸਿੰਪੈਥੀ ਨਹੀਂ ਹੈ, ਕਿਉਂਕਿ ਉਲਟਾ ਪਾਰਟੀਆਂ ਤਾਂ ਇਸ ਚੀਜ਼ ਤੋਂ ਇਨਸਿਕਿਉਰ ਹੋ ਰਹੀਆਂ ਸੀ ਵੀ ਅੰਮ੍ਰਿਤਪਾਲ ਜ਼ਿਆਦਾ ਮਾਈਲੇਜ ਡਰਾਅ ਕਰਦਾ ਪਿਆ ਹੈ। ਅੰਮ੍ਰਿਤਪਾਲ ਨੂੰ ਗ੍ਰਾਸ ਰੂਟ ਦੇ ਉੱਤੇ ਮਦਦ ਵੀ, ਜਾਂ ਕਹਿ ਲਈਏ ਕਿ ਲੋਕਾਂ ਦਾ ਸਪੋਰਟ ਮਿਲਣਾ ਸ਼ੁਰੂ ਹੋ ਚੁੱਕਾ ਹੈ। ਲੱਗ ਰਿਹਾ ਸੀ ਕਿ ਸੁਰਖੀਆਂ ਜ਼ਿਆਦਾ ਅੰਮ੍ਰਿਤਪਾਲ ਬਟੋਰ ਪਾ ਰਿਹਾ ਅੱਜ ਪੋਲੀਟੀਕਲ ਪਾਰਟੀਆਂ ਦੇ ਮੁਕਾਬਲੇ। ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹਦਾ ਆਧਾਰ ਵੱਧਦਾ ਪਿਆ ਸੀ, ਲੇਕਿਨ ਪੋਲੀਟੀਕਲ ਪਾਰਟੀਆਂ ਉਸ ਤੋਂ ਸਿਕਿਉਰ ਵੀ ਨਹੀਂ ਸੀ, ਤੇ ਪੋਲੀਟੀਕਲ ਪਾਰਟੀਆਂ ਨੇ ਕਦੇ ਉਸ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੀ ਨਹੀਂ, ਜਾਂ ਕਹਿ ਲਈ ਵੀ ਉਹਦਾ ਕਦੇ ਸਮਰਥਨ ਕੀਤਾ ਹੀ ਨਹੀਂ। ਲੇਕਿਨ ਇਹ ਗੱਲ ਤਾਂ ਕਰਨੀ ਬਣਦੀ ਹੈ ਕਿ ਜੇ ਤੁਸੀਂ ਅੰਮ੍ਰਿਤਪਾਲ ਦਾ ਨਾਂ ਲੈ ਕੇ, ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤੇ ਬਗੈਰ ਤੁਸੀਂ ਪੰਜਾਬ ਦੇ ਵਿੱਚ ਸੈਂਕੜਾਂ ਗ੍ਰਿਫਤਾਰੀਆਂ ਕਰ ਰਹੇ ਹੋ,
ਤੇ ਹਜ਼ਾਰਾਂ ਲੋਕਾਂ ਨੂੰ ਤੁਸੀਂ ਪੁੱਛਗਿੱਛ ਲਈ ਥਾਣੇ ਵਿੱਚ ਬੁਲਾ ਰਹੇ ਹੋ। ਇੱਕ ਅਜਿਹਾ ਤੁਸੀਂ ਫੀਅਰ ਸਾਈਕੋਸਿਸ ਕ੍ਰੀਏਟ ਕਰਤਾ ਗਿਆ ਜਿਸ ਵਿੱਚ ਲੱਗਦਾ ਪਿਆ ਕਿ ਸਟੇਟ ਪੂਰੀ ਹਰਕਤ ਦੇ ਵਿੱਚ ਹੈ ਤੇ ਸੜਕਾਂ ਦੇ ਉੱਤੇ ਪੰਜਾਬ ਦੇ ਵਿੱਚ ਕ੍ਰਿਮੀਨਲ ਘੁੰਮਦੇ ਪਏ ਨੇ, ਜਦੋਂ ਕਿ ਉਹ ਲੋਕ ਕ੍ਰਿਮੀਨਲ ਨਹੀਂ ਹੈਗੇ ਨੇ। ਉਹ ਇੱਕ ਅਜਿਹੇ ਉਹ ਲੀਡਰਸ਼ਿਪ ਦੀ ਤਲਾਸ਼ ਦੇ ਵਿੱਚ ਪੰਜਾਬ ਦਾ ਜਿਹੜਾ ਬਸ਼ਿੰਦਾ ਇਸ ਵਕਤ ਹੈ। ਤੇ ਇਹ ਸਭ ਤੋਂ ਵੱਡਾ ਫੇਲੀਅਰ ਭਗਵੰਤ ਮਾਨ ਦੀ ਸਰਕਾਰ ਦਾ ਹੈ, ਕਿਉਂਕਿ ਇੱਕ ਬਰੂਟ ਮੈਜੋਰਿਟੀ ਦੇ ਨਾਲ ਕੁਝ ਮਹੀਨੇ ਪਹਿਲਾਂ, ਜੇ ਤਾਂ ਸਾਲ ਵੀ ਪੂਰਾ ਹੋ ਚੁੱਕਾ ਹੈ ਹੁਣ ਤੱਕ, ਖੈਰ ਮਾਰਚ ਦੇ ਵਿੱਚ 1 ਸਾਲ ਪੂਰਾ ਹੋਣ ਤੋਂ ਬਾਅਦ ਵੀ ਜੇ ਇਹ ਸਰਕਾਰ ਲੋਕਾਂ ਦੇ ਵਿੱਚ ਆਪਣੀ ਲੀਡਰਸ਼ਿਪ ਨੂੰ ਸਥਾਪਿਤ ਨਾ ਕਰ ਪਾਈ ਹੋਵੇ ਤੇ ਲੋਕਾਂ ਨੂੰ ਆਲਟਰਨੇਟ ਲੀਡਰਸ਼ਿਪ ਦਾ ਮੂੰਹ ਤਾਕਣਾ ਪੈ ਰਿਹਾ ਹੋਵੇ ਜਾਂ ਲੀਡਰ ਲੱਭਣੇ ਪੈ ਰਹੇ ਹੋਣ, ਉਹਨਾਂ ਨੂੰ ਲੱਗ ਰਿਹਾ ਸੀ ਵੀ ਅੰਮ੍ਰਿਤਪਾਲ ਉਹ ਸਮੱਸਿਆਵਾਂ ਦਾ ਹੱਲ ਦੇ ਰਿਹਾ ਜਿਨ੍ਹਾਂ ਦਾ ਸਮੱਸਿਆਵਾਂ ਦਾ ਹੱਲ ਸਾਡੀ ਸਿਆਸੀ ਜਮਾਤਾਂ ਨਹੀਂ ਦੇ ਪਾਈਆਂ। ਸੋ ਇਹ ਤਾਂ ਸਰਕਾਰ ਦੇ ਉੱਤੇ ਆਪਣੇ ਉੱਤੇ ਬੜਾ ਵੱਡਾ ਸਵਾਲ ਸੀ। ਉਹ ਲੋਕ ਪ੍ਰੋਬਲਮ ਨਹੀਂ ਹੈਗੇ ਨੇ, ਉਹ ਲੋਕ ਤਾਂ ਇੱਕ ਲੀਡਰਸ਼ਿਪ ਚਾਹ ਰਹੇ ਨੇ, ਲੋਕ ਪੰਜਾਬ ਦੇ ਸਮੱਸਿਆਵਾਂ ਦਾ ਸੋਲੂਸ਼ਨ ਚਾਹੁੰਦੇ ਨੇ। ਜੇ ਉਹਨਾਂ ਨੇ ਅੰਮ੍ਰਿਤਪਾਲ ਦਾ ਸਾਥ ਦੇਣ ਦੀ ਗੱਲ ਕੀਤੀ, ਉਸ ਦੀ ਹਮਾਇਤ ਕੀਤੀ ਵੀ, ਤਾਂ ਇਸ ਵਾਸਤੇ ਸੀ ਕਿਉਂਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਇੰਨੇ ਦਹਾਕਿਆਂ ਤੱਕ ਪੰਜਾਬ ਨੂੰ ਫੇਲ ਕੀਤਾ ਹੈ। ਤੇ ਆਹ ਮੌਜੂਦਾ ਸਰਕਾਰ ਵੀ 1 ਸਾਲ ਦੌਰਾਨ ਜਿਹਦਾ ਜੋ ਸਿਸਟਮ ਰਿਹਾ ਹੈ, ਜੋ ਆਪਾਂ ਕਥਨੀ ਤੇ ਕਰਨੀ ਦਾ ਫਰਕ ਵੇਖਿਆ ਹੈ, ਗੱਲਾਂ ਬਾਤਾਂ ਦਿਨ ਦਹਾੜੇ ਜੋ ਕੁਝ ਹੋ ਰਿਹਾ ਹੈ, ਲਾਰੈਂਸ ਬਿਸ਼ਨੋਈ ਤੋਂ ਲੈ ਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਸ਼ੁਰੂ ਹੁੰਦੀ ਹੈ ਘਟਨਾ ਚੱਕਰ, ਉੱਥੇ ਆਪਣੀ ਲਾਇਬਿਲਟੀਆਂ ਫਿਕਸ ਨਹੀਂ ਹੋਈਆਂ। ਜਿਹੜੇ ਲੋਕ ਜ਼ਿੰਮੇਵਾਰ ਠਹਿਰਾਏ ਜਾਣੇ ਚਾਹੀਦੇ ਸੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਹੁਣ ਲਾਰੈਂਸ ਬਿਸ਼ਨੋਈ ਜੇਲ੍ਹਾਂ 'ਚੋਂ ਬੈਠ ਕੇ ਇੰਟਰਵਿਊ ਦੇ ਰਿਹਾ। ਸੋ ਇੱਕ ਸੀਰੀਜ਼ ਆਫ ਫੇਲੀਅਰਸ ਹੈਗੇ ਨੇ ਜਿਨ੍ਹਾਂ ਉੱਤੇ ਲੋਕ ਜਵਾਬ ਮੰਗਦੇ ਨੇ, ਲੇਕਿਨ ਉਹ ਜੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਫਿਰ ਉਹ ਵਿਚਾਰੇ ਕਿਸੇ ਨਾ ਕਿਸੇ ਦਾ ਮਗਰ ਤਾਂ ਉਹਨਾਂ ਨੇ ਲੱਗਣਾ ਹੀ ਸੀ। ਅੰਮ੍ਰਿਤਪਾਲ ਦੇ ਮਗਰ ਲੱਗ ਗਏ ਤੇ ਉਸ ਦੇ ਵਿੱਚ ਹੁਣ ਅੰਮ੍ਰਿਤਪਾਲ ਤਾਂ ਗਾਇਬ ਹੈ, ਉਹ ਅੱਜ ਆਜ਼ਾਦ ਹੈ, ਲੇਕਿਨ ਉਸ ਦੇ ਨਾਂ ਦੇ ਉੱਤੇ ਤੁਸੀਂ ਲੋਕਾਂ ਨੂੰ ਪੁੱਛੋ ਵੀ ਤੂੰ ਉਹਦੇ ਨਾਲ ਕਿਉਂ ਫਿਰਦਾ ਸੀ, ਉਹਦੇ ਨਾਲ ਗੱਲ ਕਿਉਂ ਕਰਦਾ ਸੀ। ਹੁਣ ਕੱਲ੍ਹ ਨੂੰ ਪੱਤਰਕਾਰਾਂ ਨੂੰ ਤੁਸੀਂ ਦਿੱਲੀ ਤੋਂ ਬੁਲਾ ਕੇ ਸੱਦ ਕੇ ਇੰਟਰੋਗੇਸ਼ਨ ਸ਼ੁਰੂ ਕਰ ਦੇਣਾ ਵੀ ਕਿਹੜੇ ਨੈਸ਼ਨਲ ਟੀਵੀ 'ਚ ਦੇ ਚੈਨਲਾਂ ਨੇ ਜਾਂ ਡਿਜੀਟਲ ਮੀਡੀਆ ਦੇ ਚੈਨਲ ਨੇ ਅੰਮ੍ਰਿਤਪਾਲ ਦੀ ਇੰਟਰਵਿਊਜ਼ ਕੀਤੀ ਸੀ, ਘੰਟਾ 2-2 ਘੰਟੇ ਜਿਹੜੇ ਪੱਤਰਕਾਰਾਂ ਨੇ ਉਹਦੀ ਇੰਟਰਵਿਊ ਕੀਤੀ ਸੀ, ਤੁਸੀਂ ਉਹਨਾਂ ਨੂੰ ਜਾ ਕੇ ਇੰਟਰੋਗੇਟ ਕੱਲ੍ਹ ਨੂੰ ਕਰਨਾ ਸ਼ੁਰੂ ਕਰ ਦੋਗੇ। ਇਹ ਕੋਈ ਲੌਜਿਕ ਨਹੀਂ ਹੁੰਦਾ ਵੀ ਤੁਸੀਂ ਜੇ ਅੰਮ੍ਰਿਤਪਾਲ ਨੂੰ ਪ੍ਰਮੋਟ ਕਰ ਰਹੇ ਸੀ, ਅੰਮ੍ਰਿਤਪਾਲ ਦੀ ਗਤੀਵਿਧੀਆਂ ਦੇ ਵਿੱਚ ਤੁਹਾਡਾ ਕੀ ਯੋਗਦਾਨ ਸੀ। ਸੋ ਇਸ ਤਰੀਕੇ ਦਾ ਜਿਹੜਾ ਇੱਕ ਮਾਹੌਲ ਸਫੀਅਰ ਸਾਈਕੋਸਿਸ ਹੈ। ਪ੍ਰੋਬਲਮ ਅਪੋਜੀਸ਼ਨ ਪਾਰਟੀਆਂ ਨੂੰ ਉਸ ਤੋਂ ਹੈ, ਨਾ ਕਿ ਇਸ ਚੀਜ਼ ਤੋਂ ਕਿ ਅੰਮ੍ਰਿਤਪਾਲ ਦੇ ਖਿਲਾਫ। ਉਲਟਾ ਉਹ ਤਾਂ ਕਹਿ ਰਹੇ ਨੇ ਵੀ ਕਾਰਵਾਈ ਜੇ ਕੀਤੀ ਤਾਂ ਫਿਰ ਦਿਖਾਓ ਅੰਮ੍ਰਿਤਪਾਲ ਕਿੱਥੇ ਹੈ। ਤੇ ਅੱਜ ਉਸ ਚੀਜ਼ ਦਾ ਸਵਾਲ ਸਰਕਾਰ ਕੋਲ ਜਵਾਬ ਨਹੀਂ ਹੈ ਤੇ ਸਵਾਲ ਕੋਈ ਪੁੱਛੇ ਤਾਂ ਫਿਰ ਉਸ ਨੂੰ ਸਮਾਂ ਵਿਧਾਨ ਸਭਾ 'ਚ ਦਿੱਤਾ ਨਹੀਂ ਜਾਂਦਾ। ਮੀਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਡਾ ਮੀਡੀਆ ਕਿਸ ਦੀ ਗੋਦੀ ਵਿੱਚ ਬੈਠਾ ਹੈ, ਇਹ ਸਵਾਲ ਜਵਾਬ ਕਦੇ ਕਰੇਗਾ ਵੀ ਨਹੀਂ। ਜੀ ਤੇ ਰਿਤੇਸ਼ ਜੀ, ਜੇ ਖਾਸ ਤੌਰ ਤੇ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ, ਲੋਕਾਂ ਦੇ ਮਨ 'ਚ ਇਹ ਵੀ ਆ ਰਿਹਾ ਵੀ ਇਹ ਜੀ ਵੀ ਬਹੁਤ ਸਾਰਾ ਗੱਲਬਾਤ ਉੱਠ ਰਹੀ ਹੈ ਵੀ ਇਹ ਕੇਂਦਰ ਦੇ ਇਸ਼ਾਰੇ ਤੇ ਇਹ ਜੀ ਬਹੁਤ ਸਾਰੀ ਵੀਡੀਓਜ਼ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਹਰ ਥਾਂ ਵਾਇਰਲ ਹੋ ਰਹੀਆਂ ਨੇ। ਇਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਿਤੇ ਨਾ ਕਿਤੇ ਨੈਰੇਟਿਵ ਜਾਂ ਇੱਕ ਲੋਕਾਂ ਦੇ ਮਨ ਦੇ ਅੰਦਰ ਧਾਰਨਾਵਾਂ ਬਿਠਾਉਂਦੀਆਂ ਨੇ, ਉਹਨਾਂ ਦੇ ਮਨ ਦੇ ਅੰਦਰ ਖਿਆਲ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਸੈਂਟਰ ਦੀ ਬੋਲੀ ਬੋਲ ਰਹੇ ਨੇ ਇਹ ਜਾਂ ਕੁਝ ਵੀ ਕਿਹਾ ਜਾ ਰਿਹਾ ਬਹੁਤ ਥਾਵੇਂ ਪਲੇਟਫਾਰਮਸ ਤੇ। ਤਾਂ ਇਸ ਚੀਜ਼ ਤੋਂ, ਇਸ ਇਮੇਜ ਤੋਂ, ਇਸ ਪਰਸੈਪਸ਼ਨ ਤੋਂ ਕਿਵੇਂ ਨਿਕਲ ਸਕਦੇ ਭਗਵੰਤ ਸਿੰਘ ਮਾਨ? ਨਹੀਂ, ਪਰਸੈਪਸ਼ਨ 'ਚੋਂ ਦੇਖੋ, ਪਰਸੈਪਸ਼ਨ ਤੋਂ ਨਿਕਲਣ ਦੀ ਲੋੜ ਹੋਏਗੀ ਕਿਉਂ? ਇਹ ਤਾਂ ਲੋਕਾਂ ਦੀ ਸੋਚ ਹੋ ਸਕਦੀ ਹੈ, ਵਿਰੋਧੀ ਪਾਰਟੀਆਂ ਦੇ ਇਲਜ਼ਾਮ ਹੋ ਸਕਦੇ ਨੇ, ਲੇਕਿਨ ਸੈਂਟਰ ਦੇ ਨਾਲ ਜੇ ਤਾਲਮੇਲ ਬਿਠਾ ਕੇ ਇੱਕ ਸਥਿਤੀ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਉਸ ਕਾਰਵਾਈ ਦੇ ਉੱਤੇ ਕੋਈ ਕੁਐਸਚਨ ਨਹੀਂ ਕਰ ਰਿਹਾ। ਮੈਂ ਸਵਾਲ ਇਹ ਖੜਾ ਕਰ ਰਿਹਾ ਕਿ ਇਹ ਕਾਰਵਾਈ ਚਲੋ ਤੁਸੀਂ 1 ਦਿਨ ਕਰਨਾ ਸੀ ਕਰ ਲਿਆ, 2 ਦਿਨ ਤੁਸੀਂ ਇੰਟਰਨੈਟ ਬੰਦ ਕਰਨਾ ਸੀ ਕਰਤਾ, ਲੇਕਿਨ ਉਸ ਤੋਂ ਬਾਅਦ ਅੱਜ ਵੀ ਤੁਸੀਂ ਲੋਕਾਂ ਦੇ ਘਰਾਂ ਜਾ ਕੇ ਉਹਨਾਂ ਤੋਂ ਪੁੱਛ-ਗਿੱਛਾਂ ਕਰ ਰਹੇ ਹੋ। ਤੁਸੀਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਜਾਂ ਪੰਜਾਬੀਆਂ ਦੀ ਇਨਵੈਸਟੀਗੇਸ਼ਨ ਕਰਨਾ ਚਾਹ ਰਹੇ ਜਦੋਂ ਕ੍ਰਿਮੀਨਲਸ ਹੈਗੇ ਨੇ। ਨੌਜਵਾਨਾਂ ਨੂੰ ਤੁਸੀਂ ਦੇਖੋ ਵੀ ਜੇ ਤੁਸੀਂ ਥਾਣਿਆਂ 'ਚ ਬੁਲਾ ਕੇ ਲੋਕਾਂ ਨੂੰ ਤੰਗ ਕਰੋਗੇ, ਪੁੱਛ-ਗਿੱਛ ਕਰੋਗੇ ਤਾਂ ਸਰਟਨਲੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜਿਹਨੂੰ ਹਿਊਮਿਲੀਏਸ਼ਨ ਕਹਿੰਦੇ ਨੇ, ਆਪਾਂ ਸਭ ਦੇਖੋ ਪੁਲਿਸ ਲਈ ਬਹੁਤ ਸੌਖਾ ਹੁੰਦਾ ਇਸ ਤਰੀਕੇ ਦੇ ਹਾਲਾਤ ਕ੍ਰੀਏਟ ਹੋਣ, ਪੁਲਿਸ ਨੂੰ ਐਕਸੈਸਿਵ ਪਾਵਰਸ ਮਿਲਣ, ਜ਼ਰੂਰਤ ਨਾਲੋਂ ਵੱਧ ਤਾਕਤਾਂ ਮਿਲਣ ਤੇ ਪੁਲਿਸ ਲੋਕਾਂ ਨੂੰ ਥਾਣੇ ਦੇ ਵਿੱਚ ਸੱਦ ਕੇ ਸਵਾਲ ਜਵਾਬ ਨਜਾਇਜ਼ ਤਰੀਕੇ ਦੇ ਨਾਲ ਕਰੇ। ਇਹ ਚੀਜ਼ ਤਾਂ ਹਮੇਸ਼ਾ ਤੋਂ ਹੀ ਸਟੇਟ ਦੀ ਤੇ ਪੁਲਿਸ ਦੀ ਇੱਛਾ ਰਹੀ ਹੈ, ਲੇਕਿਨ ਸਾਡੀ ਡੈਮੋਕ੍ਰੇਸੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ। ਇੱਕ ਪੁਲਿਸ ਸਟੇਟ ਨਹੀਂ ਹੈ, ਇੱਕ ਵੈਲਫੇਅਰ ਸਟੇਟ ਹੈ ਜਿੱਥੇ ਕਿ ਪੁਲਿਸ ਦੇ ਜਿਹੜੇ ਕੰਮ ਕਰਨ ਦਾ ਦਾਇਰਾ ਹੈ ਸੀਮਿਤ ਹੋਣਾ ਚਾਹੀਦਾ ਹੈ। ਇੱਕ ਜੇ ਅੰਮ੍ਰਿਤਪਾਲ ਆਊਟ ਆਫ ਕੰਟਰੋਲ ਹੋ ਗਿਆ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਹਰ ਬਸ਼ਿੰਦੇ ਨੂੰ ਕ੍ਰਿਮੀਨਲ ਬਣਾ ਕੇ ਉਸ ਨੂੰ ਕ੍ਰਿਮੀਨਲ ਦੀ ਨਜ਼ਰ ਨਾਲ ਜਾਂ ਜਿਹੜਾ ਵੀ ਬੰਦਾ ਉਹਦੇ ਨਾਲ ਤੁਰਿਆ ਹੈ, ਜਿਸ ਨੇ ਉਸ ਦੇ ਵਿਚਾਰਧਾਰਾ ਜਾਂ ਆਈਡੀਓਲੋਜੀ ਦੇ ਨਾਲ ਇਤਫਾਕ ਰੱਖਿਆ ਹੈ, ਉਹ ਬੰਦਾ ਕ੍ਰਿਮੀਨਲ ਨਹੀਂ ਹੋ ਜਾਂਦਾ। ਤੁਸੀਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਵੇਖ ਸਕਦੇ। ਆਪਣੇ ਸਿਸਟਮ ਦੀ ਕਮੀਆਂ ਖਾਮੀਆਂ ਦੇ ਵਿੱਚ ਨਜ਼ਰ ਝਾਤ ਮਾਰਨ ਦੀ ਲੋੜ ਹੈ, ਉਹਨਾਂ ਨੂੰ ਖੰਗਾਲਣ ਦੀ ਜ਼ਿਆਦਾ ਲੋੜ ਹੈ। ਸੋ ਮੁੱਦਾ ਹੈ ਕਿ ਜੋ ਮਾਹੌਲ ਅੱਜ ਸਿਰਜਿਆ ਜਾ ਰਿਹਾ ਤੇ ਜਿੱਥੇ ਤੱਕ ਸੈਂਟਰ ਦੇ ਨਾਲ ਤੁਸੀਂ ਸਵਾਲ ਪੁੱਛਿਆ ਕਿ ਸੈਂਟਰ ਦੇ ਨਾਲ ਆਇਡੈਂਟੀਫਿਕੇਸ਼ਨ, ਦੇਖੋ ਸੈਂਟਰ ਦੇ ਨਾਲ ਆਇਡੈਂਟੀਫਾਈ ਹੋਣ ਦੀ ਨੌਬਤ ਹਾਲਾਤ ਦੇ ਚੱਲਦੇ ਆਈ। ਇਹ ਚੀਜ਼ਾਂ ਪੰਜਾਬ ਪੁਲਿਸ ਕਰਨ ਦੇ ਵਿੱਚ ਸਮਰੱਥ ਨਹੀਂ ਹੈ, ਮੈਂ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰ ਕਰਦਾ, ਲੇਕਿਨ ਇਹ ਵੀ ਹਾਲਾਤ ਨੂੰ ਇਸ ਨੌਬਤ ਤੱਕ ਪਹੁੰਚਣ ਪਹਿਲਾਂ ਦਿੱਤਾ ਗਿਆ ਤੇ ਫਿਰ ਉਸ ਨੌਬਤ ਤੇ ਪਹੁੰਚ ਕੇ
ਇੱਕ ਅਜਿਹੀ ਸਥਿਤੀ ਡਿਵੈਲਪ ਕਰ ਲਈ ਗਈ ਕਿ ਜਿੱਥੇ ਸੈਂਟਰਲ ਫੋਰਸਿਸ ਜਾਂ ਸੈਂਟਰ ਦੀ ਸਰਕਾਰ ਤੋਂ ਬਗੈਰ ਸਾਡੀ ਗੱਲ ਹੋ ਹੀ ਨਹੀਂ ਸਕਦੀ ਸੀ। ਇਹੀ ਤਾਕਤਾਂ ਜੇ ਪਹਿਲਾਂ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਹੁੰਦੀਆਂ, ਪੰਜਾਬ ਪੁਲਿਸ ਦੇ ਅਫਸਰਾਂ ਦੇ ਉੱਤੇ ਛੱਡਤੀ ਗਈ ਹੁੰਦੀ ਗੱਲਬਾਤ, ਪੋਲੀਟੀਕਲ ਇੰਟਰਫੇਰੈਂਸ ਨਾ ਹੁੰਦੀ, ਇਹ ਡਰ ਨਾ ਹੁੰਦਾ ਕਿ ਜੇ ਅੰਮ੍ਰਿਤਪਾਲ ਸਿੰਘ ਨੂੰ ਤੁਸੀਂ ਸ਼ੁਰੂਆਤੀ ਸਟੇਜ ਦੇ ਉੱਤੇ ਟੈਕਲ ਕਰਨਾ ਹੈ, ਅਜਨਾਲੇ ਦੀ ਘਟਨਾ ਨੂੰ ਉਸ ਤੋਂ ਪਹਿਲਾਂ ਹੀ ਇੰਟੈਲੀਜੈਂਸ ਜਿਹੜੀ ਇਨਪੁਟ ਸੀਗੀਆਂ ਉਹਨਾਂ ਨੂੰ ਅੱਖੋਂ ਪਰੋਖੇ ਨਾ ਕਰਕੇ ਜਾਂ ਉਹਨਾਂ ਨੂੰ ਇਗਨੋਰ ਨਾ ਕਰਕੇ ਉਸ ਸਥਿਤੀ ਨੂੰ ਉਸ ਵਕਤ ਹੈਂਡਲ ਕੀਤਾ ਜਾਂਦਾ, ਡੀਲ ਕੀਤਾ ਜਾਂਦਾ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਇਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੀ ਤੇ ਤੁਹਾਨੂੰ ਸੈਂਟਰਲ ਫੋਰਸਿਸ ਦੀ ਲੋੜ ਸੀ। ਲੇਕਿਨ ਮਾਹੌਲ ਨੂੰ ਉਸ ਲੈਵਲ ਤੇ ਲੈ ਕੇ ਖੜਾ ਕੀਤਾ ਗਿਆ, ਜਿਸ ਤੋਂ ਬਾਅਦ ਕਿ ਉਹ ਕਹਿੰਦੇ ਨੇ ਕਿ ਇੱਕ ਫਰਿੰਜ ਦੇ ਉੱਤੇ, ਇੱਕ ਐਜ ਦੇ ਉੱਤੇ ਤੁਸੀਂ ਸਟੇਟ ਨੂੰ ਲੈਂਦੇ ਹੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਸੈਂਟਰ ਦੀ ਮਦਦ ਲੈਂਦੇ ਹੋ। ਸੈਂਟਰ ਨੇ ਤਾਂ ਚਲੋ ਖੈਰ ਮਦਦ ਦੇਣੀ, ਪੰਜਾਬ ਇੱਕ ਬਾਰਡਰ ਰਾਜ ਹੈ, ਲੇਕਿਨ ਇਹ ਵੀ ਪਰਸੈਪਸ਼ਨਾਂ ਮੈਨੂੰ ਲੱਗਦਾ ਵੀ ਗਲਤ ਹੈਗੀਆਂ ਨੇ ਵੀ ਕੇਂਦਰ ਦੇ ਹੱਥ ਵਿੱਚ ਜਾਂ ਉਹਦੀ ਗੋਦੀ ਵਿੱਚ ਬੈਠ ਕੇ ਤੁਸੀਂ ਖੇਡ ਰਹੇ ਹੋ। ਮੈਨੂੰ ਨਹੀਂ ਲੱਗਦਾ ਇਸ ਦੇ ਵਿੱਚ ਦਮ ਹੈ। ਜਦੋਂ ਹਾਲਾਤ ਤੁਸੀਂ ਖੁਦ ਹੀ ਇੰਨੇ ਵਿਗਾੜਦੇ ਹੋਣ ਉਸ ਤੋਂ ਬਾਅਦ ਤੁਹਾਨੂੰ ਤਾਂ ਫਿਰ ਸੈਂਟਰ ਵੱਲ ਹੀ ਝਾਕਣਾ ਪਏਗਾ, ਸੈਂਟਰ ਦੀ ਮਦਦ ਲੈਣੀ ਪਏਗੀ। ਹੁਣ ਉਹਨੂੰ ਜੇ ਚੱਕ ਕੇ ਉਹਦੇ ਸਮਰਥਕਾਂ ਨੂੰ, ਅੰਮ੍ਰਿਤਪਾਲ ਦੇ ਨੂੰ ਤੁਸੀਂ ਅਸਾਮ ਜਾਂ ਕਿਸੇ ਹੋਰ ਰਾਜ ਦੇ ਵਿੱਚ ਲੈ ਕੇ ਜਾਣਾ ਪੰਜਾਬ ਤੋਂ ਬਾਹਰ, ਤਾਂ ਫਿਰ ਉੱਥੇ ਤੁਹਾਨੂੰ ਸੰਬੰਧਿਤ ਰਾਜਾਂ ਦੀ ਤੇ ਸੈਂਟਰ ਸਰਕਾਰ ਦੀ ਸਹਿਮਤੀ ਚਾਹੀਦੀ ਹੈ, ਸੈਂਟਰ ਸਰਕਾਰ ਦੀ ਏਜੰਸੀਆਂ ਦਾ ਸਾਥ ਵੀ ਚਾਹੀਦਾ ਹੈ। ਇਹ ਤਾਂ ਇੱਕ ਸਿਸਟਮ ਦੇ ਵਿੱਚ ਬੈਠ ਕੇ ਕੰਮ ਚੱਲਣਾ ਹੈ। ਲੇਕਿਨ ਸਵਾਲ ਇਹ ਹੈ ਕਿ ਤੁਸੀਂ ਸਿਚੁਏਸ਼ਨ ਨੂੰ ਪਹਿਲਾਂ ਹੈਂਡਲ ਕਰ ਸਕਦੇ ਸੀ, ਆਪਣੇ ਬੂਤੇ ਉੱਤੇ ਹੈਂਡਲ ਕਰ ਸਕਦੇ ਸੀ, ਲੇਕਿਨ ਤੁਹਾਡੀ ਜਿਹੜੀ ਕੰਪੀਟੈਂਸ ਹੈਗੀ ਹੈ ਉਸ ਉੱਤੇ ਇੱਕ ਬੜਾ ਵੱਡਾ ਸਵਾਲ ਹੈ। ਤੁਹਾਡੇ ਅਫਸਰਾਂ ਦੀ, ਤੁਹਾਡੀ ਆਪਣੀ ਕੰਪੀਟੈਂਸ ਉੱਤੇ ਸਵਾਲ ਹੈ। ਤੁਸੀਂ ਪਹਿਲਾਂ ਇਸ ਸਥਿਤੀ ਨੂੰ ਨਾ ਸਮਝ ਸਕੇ, ਨਾ ਇਸ ਚੀਜ਼ ਨੂੰ ਐਨਲਾਈਜ਼ ਕਰ ਸਕੇ, ਨਾ ਇਸ ਚੀਜ਼ ਨੂੰ ਕੰਟਰੋਲ ਕਰ ਸਕੇ, ਨਾ ਕੀਤਾ। ਉਸ ਤੋਂ ਬਾਅਦ ਜਦੋਂ ਹੱਥੋਂ ਹਾਲਾਤ ਬਾਹਰ ਨਿਕਲ ਗਏ, ਫਿਰ ਤੁਸੀਂ ਹੁਣ ਕਹਿ ਰਹੇ ਹੋ ਕਿ ਜੀ ਬਹੁਤ ਅੱਛਾ ਹੋਇਆ ਜੀ ਸੈਂਟਰ ਨੇ ਸਾਡਾ ਸਾਥ ਦਿੱਤਾ ਤੇ ਸੈਂਟਰ ਨੂੰ ਤੁਹਾਡੀ ਕੋਆਪਰੇਸ਼ਨ ਚਾਹੀਦੀ ਹੈ। ਤੇ ਠੀਕ ਕਹਿ ਰਹੇ ਨੇ ਕੇਜਰੀਵਾਲ, ਕੋਆਪਰੇਸ਼ਨ ਦਿੱਲੀ ਦੇ ਵਿੱਚ ਵੀ ਦਿਓ ਜਿੱਥੇ ਰੋਜ਼ ਡਾਂਗ ਸੋਟਾ ਹੋਇਆ ਹੁੰਦਾ ਹੈ ਇਹਨਾਂ ਦੀ ਸਰਕਾਰ, ਲੈਫਟੀਨੈਂਟ ਗਵਰਨਰ ਤੇ ਇਹਨਾਂ ਦੇ ਮੁੱਖ ਮੰਤਰੀ ਦੇ ਵਿੱਚ, ਤੇ ਉੱਥੇ ਵੀ ਇਸ ਤਰੀਕੇ ਦੀ ਕੋਆਪਰੇਸ਼ਨ ਦਿਸੇ, ਫਿਰ ਆਪਾਂ ਮੰਨੀਏ ਕਿ ਬਾਕੀ ਇੱਕ ਚੰਗੇ ਸੰਬੰਧ ਹੈਗੇ ਨੇ ਕੇਂਦਰ ਤੇ ਰਾਜ ਸਰਕਾਰ ਦੇ ਵਿੱਚ। ਲੇਕਿਨ ਐਜ਼ ਫਾਰ ਐਜ਼ ਯੋਰ ਕੁਐਸਚਨ ਇਜ਼ ਕੰਸਰਨ, ਜੋ ਤੁਸੀਂ ਕਹਿ ਰਹੇ ਹੋ ਕਿ ਸੈਂਟਰ ਦੇ ਨਾਲ, ਉਹ ਲੋਕਾਂ ਦੀ ਪਰਸੈਪਸ਼ਨ ਹੈ, ਲੋਕ ਜੋ ਮਰਜ਼ੀ ਇਸ ਨੂੰ ਨੈਗੇਟਿਵਲੀ ਪੋਜ਼ਿਟਿਵਲੀ ਵੇਖਣ। ਹਾਲਾਤ ਜਦੋਂ ਇਹੋ ਜਿਹੇ ਪੈਦਾ ਹੋਣ ਤਾਂ ਫਿਰ ਉਸ ਸਥਿਤੀ ਦੇ ਵਿੱਚ ਮਦਦ ਲੈਣੀ ਪੈਂਦੀ ਹੈ। ਸਵਾਲ ਇਹ ਕਿ ਹਾਲਾਤ ਇੱਥੇ ਤੱਕ ਪਹੁੰਚੇ ਕਿਉਂ। ਜੀ ਤਾਂ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।